मारू महला पहला। धन धन सतगुरु श्री गुरु नानक देव साहब जी महाराज पहले पातशाह मारू राग दे विच शोभावन उपदेश की बख्शिश कर रहे हैं। ਇਹੋ ਧਨ ਸਰਬ ਰਹਿਆ ਭਰਪੂਰ। जद दीन दुनिया के वाली सतगुरु नानक देव साहब जी महाराज करतारपुर साहब दे विच निवास कर रहे सन, तद बेअंत संतां सतगुरां दे दर्शन करके निहाल हो रही सन। एक बार संगतां ने सतगुरां दे चरनां विच बेनती की कि सतगुरु जी सानू रस्ते विच आउंदियां रावल दे इलाके कोल कुछ सिद्ध मिले ਅਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਸਤਿਗੁਰਾਂ ਦੇ ਦਰਸ਼ਨ ਕਰਕੇ ਕੀ ਲਾਭ ਪ੍ਰਾਪਤ ਹੁੰਦਾ ਹੈ। ਸਾਡੇ ਵਿੱਚੋਂ ਕੁਝ ਸੱਜਣਾਂ ਨੇ ਕਿਹਾ ਕਿ ਸਤਿਗੁਰਾਂ ਦੇ ਦਰਸ਼ਨ ਕਰਕੇ ਸਾਨੂੰ 1 ਮਹੀਨਾ ਸ਼ਾਂਤੀ ਰਹਿੰਦੀ ਹੈ। ਕੁਝ ਨੇ ਕਿਹਾ ਕਿ 1 ਸਾਲ ਭਰ ਸ਼ਾਂਤੀ ਰਹਿੰਦੀ ਹੈ। ਕਈਆਂ ਨੇ ਕਿਹਾ ਕਿ ਸਾਨੂੰ ਸਤਿਗੁਰਾਂ ਦੇ ਦਰਸ਼ਨ ਕਰਕੇ सदा ही शांति रही है। ऐसे वचन सुन के सानू सिद्ध कहन लगे कि तुसीं दा सतगुरां दे दर्शन करके संसार समुद्र तो तर जावोगे, पर तुसीं अपनियां कुलां दा उद्धार करन वास्ते कुछ उपाय कीता कि नहीं। जद सिद्धा ने सानू ये सवाल किया तां सारियां ने सिद्धा नूं कहा इस बार असी सतगुरां कोल यही बेनती करके पूछांगे कि साड़ियां कुलां दा उद्धार किवें होएगा। इसलिए सतगुरु जी तुसीं कृपा करके सानू साड़ियां कुलां दी उद्धार करने वास्ते उपाय दसो। तद सतगुरु जी कहन लगे कि हे सिखो, जिहड़ी असीं ये अमृत रूप बाणी रच रहे हैं, जो इस नाल लगणगे उन्हां दा ते उन्हां दीयां कुलां दा उद्धार हो जाएगा। क्योंकि अमृत रूप बाणी विच केवल नाम रूपी धन नूं एकत्र करन दा उद्देश है। ऐसे वचन करदियां सतगुरां ने पावन शब्द उचारण किया। लो प्यार नाल फिर तो पहली पंक्ति सुनो जी। ਇਹੋ ਧਨ ਸਰਬ ਰਹਿਆ ਭਰਪੂਰ। हे गुर सिखो, ये नाम रूपी धन सारियां थावां विच व्यापक हो रहा है। इस प्रकार ਇਹੋ ਧਨ ਸਰਬ ਰਹਿਆ ਭਰਪੂਰ। ਇਹ ਨਾਮ ਰੂਪੀ ਧਨ ਭਗਤ ਜਨਾਂ ਦੇ ਚਿੱਤਾਂ ਨੂੰ ਲਬਾ ਲਬ ਆਨੰਦ ਦੇ ਨਾਲ ਭਰ ਕੇ ਫੇਰ ਪੂਰਤ ਹੋ ਰਿਹਾ ਹੈ। ਜਾਂ ਸਾਰੀਆਂ ਥਾਵਾਂ ਵਿੱਚ ਪਰਮੇਸ਼ਰ ਨੂੰ ਪੂਰਨ ਵਿਖਾਉਣ ਵਾਲਾ ਹੈ। ਮਨ ਮੁਖ ਫਿਰੰਗੈ ਸ੍ਰੀ ਜਾਣ ਹੈ ਦੂਰ। ਆਪਣੇ ਮਨ ਨੂੰ ਮੁਖੀ ਬਣਾਉਣ ਵਾਲੇ ਪੁਰਖ ਸਦਾ ਜੂਨਾਂ ਵਿੱਚ ਹੀ ਤੁਰੇ ਫਿਰਦੇ ਰਹਿੰਦੇ ਨੇ, ਕਿਉਂਕਿ ਉਹ ਮਨਮੁਖ ਪਰਮੇਸ਼ਰ ਜਾਂ ਵਾਹਿਗੁਰੂ ਨਾਮ ਨੂੰ ਸਦਾ ਹੀ ਦੂਰ ਜਾਣਦੇ ਹਨ। ਸੋ ਧਨ ਵਖਰ ਨਾਮ ਹਿਰਦੈ ਹਮਾਰਾ। ਜੋ ਨਾਮ ਧਨ ਸਾਰੀਆਂ ਥਾਵਾਂ ਵਿੱਚ ਵਿਆਪਕ ਹੋ ਰਹੀ ਹੈ, ਉਹ ਨਾਮ ਰੂਪ ਧਨ ਰੂਪ ਲਾਭਦਾਇਕ ਸੌਦਾ ਸਾਡੇ ਹਿਰਦੇ ਵਿੱਚ ਵਸਿਆ ਹੋਇਆ ਹੈ। ਜਿਸ ਤੂ ਦੇਹੀ ਤਿਸੈ ਨਿਸਤਾਰੈ। ਅਸੀਂ ਤਾਂ ਸਾਰੇ ਸੰਸਾਰ ਨੂੰ ਬਖਸ਼ਾਉਣ ਵਾਸਤੇ ਪਰਮੇਸ਼ਰ ਅੱਗੇ ਇੰਝ ਬੇਨਤੀ ਕਰਦੇ ਹਾਂ, ਇਹ ਪਰਮੇਸ਼ਰ ਜਿਸ ਨੂੰ ਤੂੰ ਆਪ ਗੁਰਾਂ ਦੁਆਰਾ ਬਖਸ਼ ਦੇਵੇਂ, ਉਸ ਨੂੰ ਨਾਮ ਅੰਮ੍ਰਿਤ ਦੀ ਦਾਤ ਦੇ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ।
ਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਨਾਇਓ ਧਨ ਜਲੈ ਨਾ ਤਸਕਰ ਲੈ ਜਾ। ਇਹ ਨਾਮ ਧਨ ਪ੍ਰਤੱਖ ਅੱਗ ਵਿੱਚ ਸੜਦਾ ਨਹੀਂ ਹੈ, ਕਦੇ ਨਾ ਹੀ ਇਸ ਨਾਮ ਧਨ ਨੂੰ ਕੋਈ ਚੋਰ ਚੁਰਾ ਕੇ ਲਿਜਾ ਸਕਦਾ ਹੈ। ਨਾਇਓ ਧਨ ਡੂਬੈ ਨਾ ਇਸ ਧਨ ਕਉ ਮਿਲੈ ਸਜਾਈ। ਇਹ ਨਾਮ ਰੂਪੀ ਧਨ ਪ੍ਰਤੱਖ ਪਾਣੀ ਵਿੱਚ ਡੁੱਬਦਾ ਵੀ ਨਹੀਂ ਹੈ, ਅਤੇ ਨਾ ਹੀ ਇਸ ਨਾਮ ਧਨ ਨੂੰ ਲੋਕ ਦੰਡ, ਦੇਵ ਦੰਡ, ਰਾਜ ਦੰਡ, ਪਿੱਤਰ ਦੰਡ ਕੋਈ ਵੀ ਇਤਿਆਦਿਕ ਸਜ਼ਾ ਨਹੀਂ ਮਿਲਦੀ ਹੈ। ਨਾਇਓ ਧਨ ਜਲੈ ਨਾ ਤਸਕਰ ਲੈ ਜਾ। ਇਹ ਨਾਮ ਰੂਪੀ ਧਨ ਕਾਲ ਰੂਪੀ ਅੱਗ ਨਾਲ ਨਹੀਂ ਸੜਦਾ, ਤ੍ਰਿਸ਼ਨਾ ਰੂਪੀ ਅੱਗ ਦੇ ਨਾਲ ਨਹੀਂ ਸੜਦਾ, ਈਰਖਾ ਰੂਪੀ ਅੱਗ ਨਾਲ ਨਹੀਂ ਸੜਦਾ, ਅਤੇ ਨਾ ਹੀ ਇਸ ਨਾਮ ਧਨ ਨੂੰ ਕਾਮ ਕ੍ਰੋਧ ਰੂਪ ਚੋਰ ਚੁਰਾ ਕੇ ਲਿਜਾ ਸਕਦਾ ਹੈ। ਨਾਇਓ ਧਨ ਡੂਬੈ ਨਾ ਇਸ ਧਨ ਕਉ ਮਿਲੈ ਸਜਾ। ਇਹ ਨਾਮ ਰੂਪੀ ਧਨ ਪਦਾਰਥਾਂ ਨੂੰ ਪਾਣੀ 'ਚ ਵੀ ਡੁੱਬਦਾ ਨਹੀਂ, ਅਤੇ ਇਸ ਨਾਮ ਰੂਪੀ ਧਨ ਨੂੰ ਕੋਈ ਵੀ ਸਜ਼ਾ ਨਹੀਂ ਮਿਲਦੀ ਹੈ। ਇਸ ਧਨ ਕੀ ਦੇਖੋ ਵਡਿਆਈ। ਇਹ ਭਾਈ ਇਸ ਨਾਮ ਧਨ ਦੀ ਮਹਿਮਾ ਵੇਖਣਾ ਕਰੋ ਕਿ ਕੈਸੀ ਹੈ। ਸਹਜੀ ਮਾਤੀ ਅਨ ਦਿਨ ਜਾਈ। ਜਿਨ੍ਹਾਂ ਦਾ ਮਨ ਸੁਤੇ ਸਿੱਧ ਨਾਮ ਦੇ ਵਿੱਚ ਮਸਤ ਹੋ ਗਿਆ ਹੈ, ਉਹਨਾਂ ਦਾ ਰਾਤ ਦਿਨ ਸਹਿਜ ਸਰੂਪ ਦੀ ਰੰਗ ਵਿੱਚ ਗੁਜ਼ਰਦਾ ਜਾਂਦਾ ਹੈ, ਜਾਂ ਉਹਨਾਂ ਦੀ ਅੰਨ ਵਿਦਿਆ ਰੂਪੀ ਜਿਹੜੀ ਅਨ ਰਾਤ ਹੈ ਉਹ ਚਲੀ ਜਾਂਦੀ ਹੈ, ਅਤੇ ਦਿਨ ਗਿਆਨ ਰੂਪੀ ਦਿਨ ਜਾਈ ਪੈਦਾ ਹੋ ਜਾਂਦਾ ਹੈ। ਇਕ ਬਾਦ ਅਨੂਪ ਸੁਨਹੁ ਨਰ ਪਾਈ। ਇੱਕ ਉਪਮਾ ਤੋਂ ਰਹਿਤ ਇਹ ਗੱਲ ਹੈ, ਇਸ ਨੂੰ हे ਪੁਰਖੋ ਤੇ ਚੇਤਨ ਦੀ ਅੰਸ਼ ਹੋਣ ਕਰਕੇ ਮੇਰੇ ਭਰਾਵੋ ਸੁਣਨਾ ਕਰੋ, ਜਾਂ हे ਪੁਰਖੋ ਭਾਵਨਾ ਦੇ ਨਾਲ ਸੁਣੋ। ਇਸ ਧਨ ਬਿਨ ਕਹੋ ਕਿਨੈ ਪਰਮ ਗਤ ਪਾਈ। ਇਹ ਭਾਈ ਇਸ ਨਾਮ ਰੂਪ ਧਨ ਤੋਂ ਬਿਨਾਂ ਦੱਸੋ ਕਿਸੇ ਨੇ ਕੇਵਲ ਮੁਕਤੀ ਪਾਈ ਹੈ? ਭਾਵ ਨਹੀਂ ਪਾਈ ਹੈ। ਬਣਤ ਨਾਨਕ ਅਕਾਥ ਕੀ ਕਥਾ ਸੁਣਾ। ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਨੇ ਕਿ ਇਹ ਭਾਈ ਅਸੀਂ ਤੁਹਾਨੂੰ ਕਥਨ ਤੋਂ ਰਹਿਤ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸਰੂਪ ਲਖਣਾ ਵਾਲੀ ਕਥਾ ਸੁਣਾਉਂਦੇ ਆ, ਪਿਆਰ ਨਾਲ ਸੁਣੋ ਜੀ। ਸਤਿਗੁਰ ਮਿਲੈ ਤਾਇਓ ਧਨ ਪਾਈ। ਇਹ ਭਾਈ ਜੇਕਰ ਪੂਰੇ ਸਤਿਗੁਰੂ ਜੀ ਪ੍ਰਾਪਤ ਹੋ ਜਾਣ ਤਦ ਇਹ ਨਾਮ ਰੂਪੀ ਧਨ ਪਾਇਆ ਜਾਂਦਾ ਹੈ। ਮਾਰੂ ਮਹੱਲਾ ਪਹਿਲਾ। ਸਤਿਗੁਰਾਂ ਦੇ ਪਾਸ ਕਰਤਾਰਪੁਰ ਸਾਹਿਬ ਇੱਕ ਜੋਗੀ ਆਇਆ। ਉਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਨੂੰ ਜੋਗ ਮਾਰਗ ਬਾਰੇ ਦੱਸੋ। ਤਾਂ ਸਤਿਗੁਰੂ ਜੀ ਪਹਿਲਾਂ ਉਸ ਜੋਗੀ ਨੂੰ ਜੋਗ ਮਾਰਗ ਬਾਰੇ ਦੱਸਦੇ ਨੇ, ਤੇ ਫਿਰ ਗਿਆਨ ਯੋਗ ਬਾਰੇ ਕਥਨ ਕਰਨਗੇ। ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਹਨ। ਸੂਰ ਸਰ ਸੋਸ ਲੈ। हे ਜੋਗੀ ਤੂੰ ਸੂਰਜ ਦੀ ਸੱਜੀ ਸੁਰ ਪਿੰਗਲਾ ਦੁਆਰਾ ਪ੍ਰਾਣਾਂ ਨੂੰ ਸੋਖ ਖਿੱਚ ਲੈ, ਭਾਵ ਸਵਾਸਾਂ ਨੂੰ ਅੰਦਰੋਂ ਬਾਹਰ ਕੱਢ ਲੈ। ਸੋਮ ਸਰ ਪੋਖ ਲੈ। ਅਤੇ ਚੰਦਰਮਾ ਦੀ ਖੱਬੀ ਸੁਰ ਜਿਹੜਾ ਦੁਆਰਾ ਸਵਾਸਾਂ ਨੂੰ ਪੂਰਤ ਭਾਵ ਚੜਾ ਲੈਣ ਕਰ। ਜੁਗਤ ਕਰ ਮਰਤ। ਇਸ ਯੋਗ ਦੀ ਜੁਗਤੀ ਕਰਕੇ ਜੋ ਮਰਦ ਪਾਉਣ ਸਵਾਸ ਹਨ ਹੁਸਨ ਬੰਦ ਕੀਜੈ। ਉਹਨਾਂ ਨੂੰ ਜਿਹੜਾ ਪਿੰਗਲਾ ਦੁਆਰਾ ਸੁਖਮਨਾ ਵਿੱਚ ਸੰਬੰਧ ਕਰ ਲੈ,
ਭਾਵ ਤ੍ਰਿਕੁਟੀ ਵਿੱਚ ਪੁਰਾਣਾਂ ਦੇ ਚੜਾਉਣ ਦਾ ਤਲੁਕ ਸੰਬੰਧ ਪਾਉਣਾ ਕਰ। ਮੀਨ ਕੀ ਚਪਲ ਸਿਓ ਜੋ ਮੱਛੀ ਦੀ ਤਰ੍ਹਾਂ ਚੰਚਲਤਾ ਦੇ ਸਹਿਤ ਹੈ। ਜੁਗਤ ਮਨ ਰਾਖੀਐ ਇਸ ਮਨ ਨੂੰ ਜੋਗ ਦੀ ਜੁਗਤੀ ਨਾਲ ਤ੍ਰਿਕੁਟੀ ਵਿੱਚ ਸੁਖਮਨਾਂ ਦੇ ਵਿੱਚ ਰੋਕ ਰੱਖਣਾ ਕਰ। ਨਹਿ ਹੰਸ ਫਿਰ ਹੰਸ ਜੀਵ ਆਤਮਾ ਵਾਸ਼ਨਾ ਕਰਕੇ ਲੋਕ ਪਰਲੋਕ ਦੇ ਵਿੱਚ ਉਡਾਰੀ ਨਹੀਂ ਮਾਰੇਗਾ, ਜਾਂ ਤੇਰਾ ਜੀਵ ਆਤਮਾ ਉਡਾਰੀ ਮਾਰ ਕੇ ਕਾਲ ਦੀ ਵਸ ਨਹੀਂ ਪਵੇਗਾ। ਨਹਿ ਕੰਧ ਛਿਜੈ ਅਤੇ ਨਾ ਹੀ ਤੇਰੀ ਦੇਹ ਰੂਪੀ ਕੰਧ ਹਜ਼ਾਰਾਂ ਵਰੇ ਤੱਕ ਨਾਸ਼ ਹੋਵੇਗੀ। ਸਤਿਗੁਰੂ ਜੀ ਇੱਥੇ ਜੋਗੀ ਨੂੰ ਯੋਗ ਮਾਰਗ ਦੀ ਗੱਲ ਦੱਸ ਰਹੇ ਨੇ। ਸਤਿਗੁਰਾਂ ਦਾ ਆਪਣਾ ਸਿਧਾਂਤ ਨਹੀਂ ਹੈ। ਜਿਵੇਂ ਵੱਡੀ ਆਰਜਾ ਫਿਰ ਜਨਮ ਹਰ ਸਿਉ ਸੰਗ ਨਾ ਗਹਿਆ, ਇਹ ਅਰਥ ਯੋਗ ਮਤ ਅਨੁਸਾਰ ਤੇ ਜੋਗੀ ਨਾਲ ਚਰਚਾ ਕਰਦਿਆਂ ਦ੍ਰਿਸ਼ਟਾਂਤ ਰੂਪ ਦੇ ਵਿੱਚ ਕਥਨ ਕੀਤੇ ਨੇ। ਹੁਣ ਦੂਜੇ ਅਰਥ ਵਿੱਚ ਗੁਰਮਤਿ ਦਾ ਸਿਧਾਂਤ ਕਥਨ ਕਰਦੇ ਨੇ। ਗੱਲ ਸਮਝਣ ਦੀ ਹੁੰਦੀ ਹੈ, ਇਸ ਲਈ ਉਸਤਾਦ ਧਾਰੀ ਦਾ ਹੈ। ਦਵਾਈਆਂ ਵਾਲੀ ਦੁਕਾਨ ਦਾ ਸਾਰੀ ਦਵਾਈਆਂ ਨਾਲ ਭਰੀ ਹੁੰਦੀ ਹੈ, ਪਰ ਜੇ ਵਿੱਚ ਡਾਕਟਰ ਨਹੀਂ ਹੋਏਗਾ ਤਾਂ ਹੁਣ ਸਾਨੂੰ ਕੀ ਪਤਾ ਵੀ ਦਵਾਈ ਕਿਹੜੀ ਖਾਣੀ ਹੈ। ਉਲਟੀ ਸਿੱਧੀ ਡੋਜ਼ ਲੈ ਕੇ ਆਪਾਂ ਆਪਦਾ ਸਰੀਰ ਖਰਾਬ ਕਰ ਬੈਠਦੇ ਹਾਂ। ਮੇਰੇ ਨਾਲ ਕਈ ਵਾਰ ਇਸ ਤਰ੍ਹਾਂ ਹੋਇਆ। ਜਦੋਂ ਬਰਬਾਦੀ ਹੋ ਜਾਂਦੀ ਫਿਰ ਪਤਾ ਲੱਗਦਾ ਵੀ ਡਾਕਟਰ ਨੂੰ ਤਾਂ ਪੁੱਛਿਆ ਹੀ ਨਹੀਂ, ਮੇਰੇ ਤੇਰੇ ਵਰਗੇ ਨੇ ਕਹਿ ਦਿੱਤਾ ਤੇ ਚੁੱਕ ਕੇ ਫੱਕਾ ਮਾਰ ਲਿਆ। ਇਹ ਕੋਈ ਤਾਕਤ ਵਾਲੀ ਖੁਰਾਕ ਥੋੜ੍ਹਾ ਆ। ਉਹ ਜਿਸ ਤਰ੍ਹਾਂ ਦੀ ਬਿਮਾਰੀ ਹੈ, ਜਿੰਨੀ ਮਾਤਰਾ 'ਚ ਡੋਜ਼ ਲੈਣੀ ਹੈ ਉਹ ਡਾਕਟਰ ਨੂੰ ਪਤਾ ਹੁੰਦਾ ਹੈ। ਇਸੇ ਪ੍ਰਕਾਰ ਕਈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਇਸ ਗੱਲ ਤੋਂ ਨਿੰਦਿਆ ਸ਼ੁਰੂ ਕਰ ਦਿੰਦੇ ਨੇ ਕਿ ਜੀ ਉਹਦੇ ਚਾਹ ਲਿਖਿਆ, ਉਹ ਲਿਖਿਆ, ਤੁਸੀਂ ਨਾ ਪੜ੍ਹੋ, ਤੁਹਾਡੇ ਲਈ ਥੋੜ੍ਹਾ ਲਿਖਿਆ। ਸਾਰੀਆਂ ਗੱਲਾਂ ਆਪਦੀਆਂ ਭੈਣਾਂ ਦੇ ਕੋਲ ਬਹਿ ਕੇ ਥੋੜ੍ਹੀ ਕਰੀਦੀਆਂ ਨੇ, ਆਪਦੀਆਂ ਮਾਵਾਂ ਦੇ ਕੋਲ ਬੈਠ ਕੇ ਸਾਰੀਆਂ ਗੱਲਾਂ ਥੋੜ੍ਹੋ ਕਰੀਦੀਆਂ। ਕੁਛ ਗੱਲਾਂ ਸਾਡੀਆਂ ਪਰਸਨਲ ਵੀ ਹੁੰਦੀਆਂ ਨੇ, ਉਹ ਆਪਾਂ ਆਪਦੇ ਮਨ 'ਚ ਰੱਖਦੇ ਆ ਜਾਂ ਆਪਦੀ ਧਰਮ ਸਪਤਨੀ ਨਾ ਕਰਦੇ ਆ। ਤੇ ਇਸ ਵਾਸਤੇ ਮਤਲਬ ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਅਸੀਂ ਉਹ ਚੀਜ਼ ਆਪਦੀ ਮਰਜ਼ੀ ਨਾਲ ਪੜ੍ਹੀਏ, ਜਿੱਥੋਂ ਸਾਨੂੰ ਸਿੱਖਿਆ ਮਿਲਦੀ ਹੈ। ਤਾਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਹੁਣ ਆਪਾਂ ਜੋਗੀ ਤਾਂ ਬਣਨਾ ਨਹੀਂ। ਜੇ ਕਹੀਏ ਵੀ ਵੇਖੋ ਜੀ ਮਹਾਰਾਜ ਨੇ ਯੋਗ ਦੀ ਸਿੱਖਿਆ ਦਿੱਤੀ ਹੈ, ਹੁਣ ਸਵਾਸ ਕਿਵੇਂ ਚੜਾਵਾਂਗੇ, ਕਿਵੇਂ ਠਾਂ ਧਾਰਾਂਗੇ, ਉਹ ਤਾਂ ਜੋਗੀ ਦੇ ਨਾਲ ਗੱਲਬਾਤ ਹੈ। ਇਉਂ ਸ੍ਰੀ ਦਸਮ ਗ੍ਰੰਥ ਵਿੱਚ ਵੀ ਗੁਰੂ ਮਹਾਰਾਜ ਨੇ ਇੱਕ ਤਾਂ ਸਿਧਾਂਤਕ ਬਾਣੀ ਉਚਾਰੀ ਹੈ ਜੋ ਅਕਾਲ ਪੁਰਖ ਦੇ ਨਾਮ ਦੀ ਸਿੱਖਿਆ ਦਿੰਦੀ ਹੈ। ਜੋ ਜਾਪ ਸਾਹਿਬ ਤੁਸੀਂ ਪੜ੍ਹੋ, ਜਮ ਪੜ੍ਹੋ, ਬਾਰ ਪੜ੍ਹੋ, ਸਵਈਏ ਚੌਪਈ ਸਾਹਿਬ, ਇਹ ਗੁਰਬਾਣੀ ਸਾਡੇ ਪੜ੍ਹਨ ਵਾਸਤੇ ਚੰਡੀ ਦੀ ਵਾਰ। ਤੇ ਇਸ ਲਈ ਜੋ ਬਾਕੀ ਸਾਨੂੰ ਜਾਪਦਾ ਵੀ ਉਹ ਸਾਡੇ ਮੁਤਾਬਕ ਨਹੀਂ ਤੇ ਆਪਾਂ ਨਾ ਪੜ੍ਹੀਏ। ਇਸ ਵਾਸਤੇ ਉਹ ਹੈ ਤਾਂ ਵੈਸੇ ਸਿੱਖਿਆਦਾਇਕ ਬਚਨ ਨੇ। ਜਦ ਬੱਚਾ ਸਿਆਣਾ ਹੋ ਜਾਂਦਾ ਤੇ ਦੁਨੀਆ ਦੇ ਵਿੱਚ ਕਿਵੇਂ ਵਿਚਰਨਾ ਹੈ, ਗੁਰੂ ਸਾਹਿਬ ਨੇ ਰੱਖ ਚਰਨ ਧਰੇ ਵਿਚਾਰੀ ਕਿ ਸੋਚ ਸਮਝ ਕੇ ਕਦਮ ਰੱਖਣਾ, ਇਹ ਸਿੱਖਿਆ ਦਿੱਤੀ ਹੈ। ਤੋ ਇਸ ਲਈ ਆਪਾਂ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਲਾਂਭੇ ਨਹੀਂ ਕਰ ਸਕਦੇ। ਗੁਰੂ ਜੀ ਦੀ ਬਾਣੀ ਤਿੰਨ ਤਰ੍ਹਾਂ ਦੀ ਹੈ। ਇੱਕ ਤਾਂ ਮੁੱਖ ਸਿਧਾਂਤਕ ਬਾਣੀ ਹੈ ਜੋ ਅੰਮ੍ਰਿਤ ਸੰਚਾਰ ਵਕਤ ਤਿੰਨ ਬਾਣੀਆਂ ਦਸਮ ਗ੍ਰੰਥ ਦੀਆਂ ਨੇ ਪੜ੍ਹੀਆਂ ਜਾਂਦੀਆਂ। ਨਿਤਨੇਮ ਦੇ ਵਿੱਚ ਵੀ ਆਪਾਂ ਤਿੰਨ ਬਾਣੀਆਂ ਜਾਪ ਸਾਹਿਬ, ਸਵਈਏ ਤੇ ਚੌਪਈ ਦਸਮ ਗ੍ਰੰਥ ਦੀਆਂ ਪੜ੍ਹਦੇ ਹਾਂ। ਤੋ ਜਿਹੜੀ ਬਾਕੀ ਬਾਣੀ ਹੈ ਉਹ ਕੋਈ ਵੀਰ ਰਸੀ ਰਚਨਾ ਹੈ, ਜਿਨ੍ਹਾਂ ਸੂਰਮਿਆਂ ਨੇ ਜੰਗ ਕਰਨਾ ਉਹ ਪੜ੍ਹਨ। ਸਾਨੂੰ ਨਹੀਂ ਲੋੜ ਜਾਪ ਦੀ ਤੇ ਚੰਡੀ ਦੀ ਵਾਰ ਆਪਾਂ ਨਾ ਪੜ੍ਹੀਏ। ਧੁਰ ਕੀ ਬਾਣੀ ਨਾਲ ਮਿਲਦੀ ਬਾਣੀ ਜਾਪ ਸਾਹਿਬ ਪੜ੍ਹੋ, ਅਕਾਲ ਉਸਤਤ ਪੜ੍ਹੋ। ਬਾਕੀ ਰਹਿ ਗਏ ਚਰਿੱਤਰ ਆਦਿਕ, ਉਹ ਗੁਰੂ ਜੀ ਦੀ ਸਿਧਾਂਤਕ ਬਾਣੀ ਨਹੀਂ ਹੈ।
ਉਹ ਤਾਂ ਇੱਕ ਗ੍ਰੰਥਾਂ ਦਾ ਉਲਥ ਹੈ। ਜਿਨ੍ਹਾਂ ਗਿਆਨੀ ਬਣਨਾ ਜਾਂ ਸਿਆਣਪ ਹੋਰ ਵਧੇਰੇ ਲੈਣੀ ਹੈ, ਦੂਜੇ ਗ੍ਰੰਥਾਂ ਨੂੰ ਉਹ ਨਹੀਂ ਪੜ੍ਹ ਸਕਦੇ। ਉਹ ਸਿੱਖਿਆਦਾਇਕ ਸਟੋਰੀਆਂ ਪੜ੍ਹ ਕੇ ਆਪਦੇ ਜੀਵਨ ਦੇ ਵਿੱਚ ਸੋਚ ਸਮਝ ਕੇ ਚੱਲ ਸਕਦੇ ਹਨ। ਤੇ ਇਸੇ ਤਰ੍ਹਾਂ ਇਹ ਜਿਹੜੀ ਗੁਰਬਾਣੀ ਹੈ ਵੱਖੋ ਵੱਖਰੀ ਸਟੇਜ ਵਾਲੀਆਂ ਵਾਸਤੇ ਹੈ। ਕਿਤੇ ਜਗਿਆਸੂ ਨੂੰ ਉਪਦੇਸ਼, ਕਿਤੇ ਸ਼ਰਾਬੀ ਨੂੰ ਉਪਦੇਸ਼, ਕਿਤੇ ਜੋਗੀ ਨੂੰ ਉਪਦੇਸ਼, ਔਰ ਕਿਤੇ ਸ਼ਰਧਾਲੂ ਨੂੰ ਉਪਦੇਸ਼। ਸੋ ਜਿਸ ਤਰ੍ਹਾਂ ਦਾ ਕੋਈ ਅਵਸਥਾ ਵਾਲਾ ਹੈ, ਉਸੇ ਤਰ੍ਹਾਂ ਹੀ ਬਾਣੀ ਉਪਦੇਸ਼ ਦੇ ਕੇ ਸਾਡੇ ਮਨ ਨੂੰ ਸਮਝਾਉਂਦੀ ਹੈ। ਇਹ ਜੋਗਮਤ ਦੀ ਸਿੱਖਿਆ ਨਾ ਸਮਝਣਾ। ਉਹ ਜੋਗੀ ਆਇਆ ਸੀਗਾ ਤੇ ਮਹਾਰਾਜ ਨੇ ਆਪਦੀ ਜਾਣਕਾਰੀ ਮੁਤਾਬਕ ਉਹਨੂੰ ਯੋਗ ਮਤ ਮੁਤਾਬਕ ਦੱਸਿਆ ਵੀ ਤੂੰ ਅਸਲ ਜੋਗੀ ਬਣ। ਇਹ ਜੋਗੀ ਕਹਿਣ ਲੱਗਿਆ, ਹੇ ਸਤਿਗੁਰੂ ਜੀ, ਮੈਂ ਲੰਮੀ ਉਮਰ ਬਣਾ ਕੇ ਸਦਾ ਅਮਰ ਰਹਾਂਗਾ ਜਾਂ ਅਮਰ ਨਹੀਂ ਰਹਾਂਗਾ। ਤਾਂ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਹੇ ਜੋਗੀ, ਤੂੰ ਗੁਰਮਤਿ ਦੁਆਰਾ ਇਸ ਗੱਲ ਨੂੰ ਸਮਝ ਲੈਣਾ ਕਰ, ਫਿਰ ਤੋਂ ਅੰਤਰੀ ਵਰਤ ਸੁਣੋ ਜੀ। ਸੂਰ ਸਾਰ ਸੋਸ ਲੈ। ਇਹ ਭਾਈ ਅਗਿਆਨ ਰੂਪੀ ਸੂਰਜ ਦੀ ਤਪਸ਼ ਦੇਣ ਵਾਲੀ ਤਮੋ ਗੁਣ ਰੂਪ ਸੁਰ ਜਿਹੜੀ ਹੈ, ਜਾਂ ਕੁਸੰਗਤ ਰੂਪੀ ਸੁਰ ਵੱਲੋਂ ਆਪਣੇ ਚੇਤਨ ਨੂੰ ਸੋਖ ਲੈ, ਸੰਕੋਚ ਲੈਣਾ ਕਰ। ਸੋਮ ਸਰ ਪੋਖ ਲੈ। ਅਤੇ ਪਰਮੇਸ਼ਰ ਰੂਪ ਚੰਦਰਮਾ ਦੀ ਸ਼ਾਂਤੀ ਦੇਣ ਵਾਲੀ ਸਤ ਸੰਗਤ ਰੂਪੀ ਸੁਰ ਵੱਲ ਆ ਕੇ ਆਪਣੇ ਚੇਤਨ ਨੂੰ ਸ਼ੁਭ ਗੁਣਾਂ ਵਿੱਚ ਪੂਰਤ ਕਰ ਲੈ। ਭਾਵ ਸਤ ਸੰਗਤ ਵਿੱਚ ਆਪਣੀ ਚਿੱਤ ਦੀ ਬਿਰਤੀ ਨੂੰ ਪਾਲਣਾ ਕਰ। ਜੁਗਤ ਕਰ ਮਰਤ। ਗਿਆਨ ਦੀ ਜੁਗਤੀ ਕਰਕੇ ਜੋ ਪੌਣ ਸਵਾਸ ਚੱਲ ਰਹੇ ਹਨ, ਸੋਸਨ ਬੰਦ ਕੀਜੈ। ਉਹਨਾਂ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਜਪਨ ਰੂਪੀ ਸੰਬੰਧ ਬਣਾਉਣਾ ਕਰ। ਜਾਂ ਮਰਤ ਪੌਣ ਵਾਸ਼ਨਾ ਨੂੰ ਰੋਕ ਕੇ ਪਰਮੇਸ਼ਰ ਦੇ ਪ੍ਰੇਮ ਦੇ ਨਾਲ ਜੋ ਮਿਲਾਪ ਕਰਨਾ ਹੈ, ਇਹ ਸੋ ਜਿਹੜਾ ਸੰਬੰਧ ਹੈ ਤੂੰ ਪਾਉਣਾ ਕਰ। ਮੀਨ ਕੀ ਚਾਪਲ ਸਿਓ। ਮੱਛੀ ਦੀ ਤਰ੍ਹਾਂ ਜੋ ਚਪਲ ਮਨ ਚੰਚਲਤਾ ਦੀ ਸਹਿਤ ਹੈ, ਜੁਗਤ ਮਨ ਰਾਖੀਐ। ਇਸ ਮਨ ਨੂੰ ਗੁਰ ਉਪਦੇਸ਼ ਰੂਪ ਸਿੱਖ ਸੰਗਤ ਰੂਪੀ ਜੁਗਤੀ ਦੁਆਰਾ ਵਾਹਿਗੁਰੂ ਦੀ ਪ੍ਰੇਮ ਭਗਤੀ ਵੱਲ ਲਾ ਕੇ ਰੱਖਣਾ ਕਰ। ਨਹਿ ਹੰਸ। ਫਿਰ ਤੇਰਾ ਜੀਵ ਆਤਮਾ ਵਾਸ਼ਨਾ ਕਰਕੇ ਲੋਕ ਪਰਲੋਕ ਦੇ ਪਦਾਰਥਾਂ ਵੱਲ ਉੱਡੇਗਾ ਨਹੀਂ, ਜਾਣਾ ਨਹੀਂ ਕਰੇਗਾ। ਨਹਿ ਕੰਧ ਛਿਜੈ। ਪਰ ਨਾ ਹੀ ਤੇਰੀ ਦੇਹ ਰੂਪੀ ਕੰਧ ਕਦੇ ਨਾਸ਼ ਹੋਵੇਗੀ। ਭਾਵ ਤੈਨੂੰ ਅਖੰਡ ਚੇਤਨ ਦੇਹ ਦੀ ਪ੍ਰਾਪਤੀ ਹੋਵੇ ਜਾਵੇਗੀ। ਫਿਰ ਕਦੇ ਵੀ ਤੂੰ ਸੂਖਮ ਕਾਰਨ ਸਤੂਲ ਦੀਆਂ ਚ ਪੈ ਕੇ ਛਿਜੇਗਾ ਨਹੀਂ, ਨਾਸ ਨਹੀਂ ਹੋਵੇਗਾ। ਮੂੜੇ ਕਾਇ ਚੇ ਭਰਮ ਭੁੱਲਾ। ਇਹ ਮੂਰਖਾ, ਇਹ ਬੇਸਮਝਾ, ਇਹ ਵਖਈ ਪੁਰਖਾ, ਤੂੰ ਕਾਹਦੇ ਵਾਸਤੇ ਭਰਮ ਦੇ ਵਿੱਚ ਭੁੱਲ ਰਿਹਾ? ਕਿਉਂਕਿ ਨਹਿ ਚੀਨਿਆ ਪਰਮਾਨੰਦ ਬੈਰਾਗੀ। ਤੂੰ ਸੰਸਾਰ ਵੱਲੋਂ ਵੈਰਾਗਵਾਨ ਹੋ ਕੇ ਵੱਡੇ ਆਨੰਦ ਵਾਲੇ ਸੱਚ ਸਰੂਪ ਨੂੰ ਜਾਣਿਆ ਨਹੀਂ ਹੈ। ਰਹਾ ਰਾਮ ਦੇ ਕਰ ਫਰਮਾਨ ਕਰਦੇ ਹਨ, ਅਜਰ ਗਹੂ ਜਾਰ ਲੈ। ਇਹ ਜੋਗੀ ਅਜਰ ਪੌਣ ਸਵਾਸ ਪਾਣ ਦੇ ਅਪਾਨ ਵਾਯੂ ਨੂੰ ਸੋ ਗਹੂ ਪਕੜ ਕੇ ਜਾਰ ਲੈਣਾ ਕਰ, ਸਾੜ ਲੈਣਾ ਕਰ, ਜਾਂ ਜਰ ਲੈਣਾ ਕਰ। ਭਾਵ 10ਵੇਂ ਦੁਆਰ ਦੇ ਵਿੱਚ ਚੜਾਉਣਾ ਕਰ। ਇਸੇ ਪ੍ਰਕਾਰ ਅਜਰ ਗਹੂ ਜਾਰ ਲੈ। ਨਾ ਜਰੇ ਜਾਣ ਵਾਲੇ ਸਵਾਸਾਂ ਨੂੰ ਪਕੜ ਕੇ ਪ੍ਰਾਣਾਯਾਮ ਦੁਆਰਾ ਜਾਲ ਲੈਣਾ ਕਰ, ਨਾਸ਼ ਕਰ ਲੈ। ਭਾਵ ਆਵਾਗੁਣ ਦੀ ਹਰਕਤ ਹਟਾ ਕੇ ਤ੍ਰਿਕੁਟੀ ਵਿੱਚ ਟਿਕਾ ਲੈਣਾ ਕਰ। ਅਮਰ ਗਹੂ ਮਾਰ ਲੈ। ਅਮਰ ਭਾਵ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਗਹੂ ਪਕੜ ਕੇ ਤੂੰ ਮਾਰ ਲੈਣਾ ਕਰ।
ਇਸੇ ਪ੍ਰਕਾਰ ਅਮਰ ਗਹੂ ਮਾਰ ਲੈ। ਆਸੁਰੀ ਸੰਪਦਾ ਨੂੰ ਪਕੜ ਕੇ ਦੇਵੀ ਸੰਪਦਾ ਦੀ ਸ਼ਕਤੀ ਨਾਲ ਭਾਵ ਕਰ ਅਤੇ ਭਰਾਤ ਤਜ ਛੋੜ। ਤਿਆਗਣ ਯੋਗ ਭ੍ਰਾਂਤੀ ਨੂੰ ਛੱਡ ਦੇ। ਇਸੇ ਤਰ੍ਹਾਂ ਭਰਾਤ ਤਜ ਛੋੜ। ਜਿਸ ਭ੍ਰਾਂਤੀ ਨੇ ਪਰਮੇਸ਼ਰ ਦੇ ਆਨੰਦ ਨੂੰ ਤਿਆਗ ਛੱਡਿਆ ਉਸ ਨੂੰ ਛੱਡ ਦੇਣਾ ਕਰ। ਤਾਉ ਆਪਿਓ ਪੀਜੈ। ਤਦ ਤੂੰ 10ਵੇਂ ਦਵਾਰ ਵਿੱਚੋਂ ਜੋਗਾਨੰਦ ਰੂਪ ਅੰਮ੍ਰਿਤ ਰਸ ਨੂੰ ਪੀਣਾ ਕਰੇਗਾ। ਇਸੇ ਪ੍ਰਕਾਰ ਹਾਜ਼ਰ ਗਹੂ ਜਾਰ ਲੈ। ਨਾ ਜਰੇ ਜਾਣ ਵਾਲੇ ਕਾਮ ਆਦਿਕਾਂ ਨੂੰ ਪਕੜ ਕੇ ਨਾਮ ਅਭਿਆਸ ਰੂਪ ਅੱਗ ਜਾਲ ਲੈਣਾ ਕਰ ਜਾਂ ਸਾਮਦਮ ਸਾਧਨਾ ਦੁਆਰਾ ਪਕੜ ਕੇ ਜਾਰ ਲੈਣਾ ਕਰ। ਅਮਰ ਗਹੂ ਮਾਰ ਲੈ। ਮਰਨ ਤੋਂ ਰਹਿਤ ਮਨ ਨੂੰ ਗੁਰਾਂ ਦੇ ਸ਼ਬਦ ਦੁਆਰਾ ਪਕੜ ਕੇ ਇਸ ਦੀਆਂ ਵਾਸ਼ਨਾਵਾਂ ਨੂੰ ਮਾਰ ਲੈਣਾ ਕਰ। ਰਾਤ ਤਜ ਛੋੜ। ਅਤੇ ਤਿਆਗਣੀ ਯੋਗ ਭ੍ਰਾਂਤੀ ਨੂੰ ਛੱਡ ਦੇ ਜਾਂ ਜਿਸ ਭ੍ਰਾਂਤੀ ਨੇ ਪਰਮੇਸ਼ਰ ਨੂੰ ਤਿਆਗ ਛੱਡਿਆ ਉਸ ਨੂੰ ਤਿਆਗ ਦੇ। ਤਾਉ ਆਪਿਓ ਪੀਜੈ। ਤਾਂ ਤੂੰ ਬ੍ਰਹਮਾਨੰਦ ਰੂਪ ਅੰਮ੍ਰਿਤ ਨੂੰ ਪੀ ਸਕੇਗਾ। ਨੀਨ ਕੀ ਚਾਪਲ ਸਿਓ। ਜੋ ਮਨ ਮੱਛੀ ਦੀ ਤਰ੍ਹਾਂ ਚੰਚਲਤਾ ਦੀ ਸਹਿਤ ਹੈ ਜੁਗਤ ਮਨ ਰਾਖੀਐ। ਇਸ ਮਨ ਨੂੰ ਪ੍ਰੇਮਾ ਭਗਤੀ ਦੀ ਜੁਗਤੀ ਦੁਆਰਾ ਰੋਕ ਕੇ ਰੱਖਣਾ ਕਰ। ਉੱਡੈ ਨਹਿ ਹੰਸ। ਫਿਰ ਜੀਵ ਆਤਮਾ ਵਾਸ਼ਨਾ ਨੂੰ ਗੁਡਾਰੀ ਮਾਰ ਕੇ ਲੋਕ ਪਰਲੋਕ ਦੇ ਵਿੱਚ ਗਮ ਨਹੀਂ ਕਰੇਗਾ। ਨਹਿ ਕੰਧ ਛਿਜੈ। ਹਰ ਨਾਹੀ ਸੂਖਮ ਸਥੂਲ ਕਾਰਨ ਕੰਧ ਦੇਹਾਂ ਵਿੱਚ ਪੈ ਕੇ ਨਾਸ਼ ਹੋਣਾ ਪਵੇਗਾ। ਪਾਵਖੰਡ ਚੇਤਨ ਦੇਹ ਦੀ ਪ੍ਰਾਪਤੀ ਹੋ ਜਾਵੇਗੀ। ਸਤਿਗੁਰੂ ਜੀ ਇਹ ਬ੍ਰਹਮਾਨੰਦ ਦੀ ਦਾਤ ਕਿੱਥੋਂ ਪ੍ਰਾਪਤ ਹੋਵੇਗੀ ਤਾਂ ਗੁਰੂ ਸਾਹਿਬ ਫਰਮਾਉਂਦੇ ਨੇ। ਭਣਤ ਨਾਨਕ ਜਨੋ। ਸਤਿਗੁਰੂ ਜੀ ਕਥਨ ਕਰਦੇ ਕਿ ਹੇ ਜੋਗੀ ਜਨ ਜੇਕਰ ਤੂੰ ਰਵੈ ਜੀ ਹਰ ਮਨੋ। ਹਰ ਪਰਮੇਸ਼ਰ ਨੂੰ ਮਨੋ ਮਨ ਲਾ ਕੇ ਰਵੈ ਉਚਾਰਨ ਕਰੇਗਾ ਤੇ ਮਨ ਨੂੰ ਨਾਲ ਸਰਵਣ ਕਰਨ ਵਿੱਚ ਲਾਉਣਾ ਕਰੀਏ। ਤੇ ਇਸੇ ਤਰ੍ਹਾਂ ਅੱਗੇ ਦੱਸਦੇ ਨੇ। ਮਨ ਪਵਨ ਸਿਓ ਅੰਮ੍ਰਿਤ ਪੀਜੈ। ਪਵਨ ਸਵਾਸਾਂ ਦੇ ਨਾਲ ਸਿਮਰਨ ਕਰੀਏ ਜਾਂ ਮਨ ਦੇ ਸਵਾਸਾਂ ਨੂੰ ਨਾਲ ਮਿਲਾ ਕੇ ਜੋਗਾਨੰਦ ਰੂਪ ਅੰਮ੍ਰਿਤ ਰਸ ਨੂੰ ਪੀਣਾ ਕਰੀਏ ਜਾਂ ਮਨ ਨੂੰ ਪਵਨ ਵਾਸ਼ਨਾ ਤੋਂ ਰਹਿਤ ਕਰਕੇ ਪਵਿੱਤਰ ਕਰਕੇ ਇਹਦੇ ਸਾਥ ਬ੍ਰਹਮਾਨੰਦ ਅੰਮ੍ਰਿਤ ਰਸ ਨੂੰ ਪੀਣਾ ਕਰੀਏ। ਨੀਨ ਕੀ ਚਪਲ ਸਿਓ। ਜੋ ਮਨ ਮੱਛੀ ਦੀ ਨਿਆਈ ਚੰਚਲਤਾ ਦੇ ਸਹਿਤ ਹੈ ਜੁਗਤ ਮਨ ਰਾਖੀਐ। ਇਸ ਮਨ ਨੂੰ ਪ੍ਰੇਮਾ ਭਗਤੀ ਦੀ ਜੁਗਤੀ ਦੁਆਰਾ ਰੋਕ ਕੇ ਰੱਖਣਾ ਕਰੀਏ। ਉੱਡੈ ਨਹਿ ਹੰਸ। ਫਿਰ ਜੀਵ ਆਤਮਾ ਲੋਕ ਪਰਲੋਕ ਜਾਂ 84 ਲੱਖ ਜੂਨਾਂ ਵਿੱਚ ਪੈਣ ਰੂਪ ਉਡਾਰੀਆਂ ਨਹੀਂ ਮਾਰੇਗਾ। ਨਹਿ ਕੰਧ ਛਿਜੈ। ਭਾਵ ਖੰਡ ਚੇਤਨ ਦੇਹ ਨੂੰ ਪਾ ਕੇ ਕਦੇ ਵੀ ਨਾਸ਼ ਨਹੀਂ ਹੋਣਾ ਪਵੇਗਾ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਉਚਾਰ ਰਹੇ ਹਨ। ਮਾਇਆ ਮੁਈ ਨਾ ਮਨ ਮੁਆ। ਇਹ ਭਾਈ ਨਾ ਤਾਂ ਮਾਇਆ ਮਨ ਵੱਲੋਂ ਮਰੀ ਹੈ ਤੇ ਨਾ ਮਨ ਮਾਇਆ ਵੱਲੋਂ ਮਰਿਆ ਹੈ। ਸਰ ਲਹਿਰੀ ਮੈਂ ਮਤ। ਜੋ ਸੰਸਾਰ ਰੂਪ ਸਰ ਸਰੋਵਰ ਵਿੱਚ ਕਾਮ ਕ੍ਰੋਧ ਰੂਪ ਲਹਿਰਾਂ ਉੱਠ ਰਹੀਆਂ ਨੇ ਅਤੇ ਮਨ ਮੈਂ ਮਮਤਾ ਵਿੱਚ ਮਤ ਮਸਤ ਕਮਲਾ ਸ਼ੁਦਾਈ ਹੋ ਕੇ ਇਸ ਵਿੱਚ ਡੁੱਬ ਰਿਹਾ ਹੈ ਜਾਂ ਮੈਂ ਸ਼ਰਾਬ ਦੇ ਨਸ਼ੇ 'ਚ ਮਸਤ ਹੋ ਰਿਹਾ ਹੈ। ਮੋਹਿਤ ਜਾ
जाल सिर तर टिकै। ਸੋ ਪਾਤਸ਼ਾਹ ਜੀ ਫਰਮਾਉਂਦੇ ਹਨ, सर लहरी मैं मत बोएथ जाल सिर तर टिकै। साचा वखर जित। ਸਾਚਾ ਵਖਰ ਜਿਤ, ਜਿਸ ਦੇ ਕੋਲ ਸੱਚਾ ਨਾਮ ਰੂਪ ਲਾਭਦਾਇਕ ਵਖਰ ਸੌਦਾ ਹੈ। ਬੋਹਿਤ ਜਲ ਸਿਰ ਤਰ ਟਿਕੈ, ਉਹ ਗੁਰਾਂ ਦੁਆਰਾ ਨਾਮ ਰੂਪ ਜਹਾਜ਼ ਤੇ ਚੜ੍ਹ ਕੇ ਪਦਾਰਥਾਂ ਨੂੰ ਪਾਣੀ ਤੋਂ ਤਰ ਕੇ ਸ਼੍ਰੋਮਣੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਮੁਕਤੀ ਰੂਪ ਕਿਨਾਰੇ ਤੇ ਜਾ ਟਿਕਦਾ ਹੈ। मानक मन महै मन मारसी। ਜਿਸ ਗੁਰਮੁਖ ਜਨ ਦੇ ਮਨ ਹਿਰਦੇ ਵਿੱਚ ਸ਼ਰਵਣ ਮੰਨਣ ਨਿਧਿਆਸਨ ਰੂਪੀ ਮਾਨਕ ਨੇ ਜਾਂ ਨਾਮ ਰੂਪੀ ਮਾਨਕ ਨੇ, ਉਹਨੇ ਆਪਣੇ ਮਨ ਦੇ ਮੰਦੇ ਸੁਭਾਅ ਨੂੰ ਮਾਰਸੀ ਮਾਰ ਲਿਆ ਹੈ। ਉਹ ਮਹਾਰਾਜ ਫਰਮਾਉਂਦੇ ਹਨ, चितना लागै कत सच ना लागै कत। ਉਸ ਸੱਚ ਨਾਮ ਜਪਣ ਵਾਲੇ ਨੂੰ ਕਾਲ ਰੂਪੀ ਕਤ ਛੁਰੀ ਨਹੀਂ ਲੱਗੇਗੀ ਜਾਂ ਕਤ ਕਲੰਕ ਨਹੀਂ ਲੱਗੇਗਾ ਜਾਂ ਜੀਵ ਈਸ਼ ਦਾ ਵਿਯੋਗ ਹੋਣ ਰੋਗ ਜਾਂ ਸਰੂਪ ਦੇ ਗਿਆਨ ਤੋਂ ਬਗੈਰ ਹੋਣ ਰੋਗ ਕਤ ਚੀਰਾ ਨਹੀਂ ਲੱਗੇਗਾ। ਕਤ ਕਤਰਾ ਰੰਚਕ ਮਾਤਰ ਕਲੰਕ ਜਾਂ ਦੁੱਖ ਨਹੀਂ ਲੱਗੇਗਾ ਜਾਂ ਮਨ ਨੂੰ ਈਰਖਾ ਰੂਪ ਕਟਾੜੀ ਦਾ ਪਾੜ ਨਹੀਂ ਲੱਗੇਗਾ। राजा तख्त टिकै गुणी। ਗੁਣਵਾਨ ਪੁਰਖ ਰਾਜਾ ਬਣ ਕੇ ਤਖਤ ਸਿੰਘਾਸਨ ਉੱਤੇ ਟਿਕਦਾ ਹੈ। ਭੈ ਪੰਚਾਇਣ ਰਤ। ਰਾਜ ਸਿੰਘਾਸਨ ਦੇ ਉੱਪਰ ਉਹ ਬੈਠਦਾ ਹੈ ਜੋ ਪੰਚਾਇਤ ਦੇ ਡਰ ਵਿੱਚ ਰੰਗਿਆ ਹੁੰਦਾ ਹੈ। ਇਸੇ ਪ੍ਰਕਾਰ ਰਾਜਾ ਤਖਤ ਟਿਕੈ ਗੁਣੀ। ਜੋ ਰਾਜਾ ਪ੍ਰਕਾਸ਼ ਰੂਪ ਬ੍ਰਹਮ ਹੈ, ਉਹਦੀ ਅਧਿਸ਼ਠਾਨ ਸਰੂਪ ਰੂਪੀ ਤਖਤ ਤੇ ਉਹ ਗਿਆਨਮਨ ਪੁਰਖ ਬ੍ਰਹਮ ਬੇਤਾ ਬਣ ਕੇ ਟਿਕਦਾ ਹੈ। ਜੋ ਪ੍ਰਭੂ ਦੇ ਮਹਾਰਾਜ ਕਹਿੰਦੇ ਨੇ, ਭੈ ਪੰਚਾਇਣ ਰਤ। ਸੋ ਪ੍ਰਭੂ ਦੇ ਭੈ ਡਰ ਦੇ ਸੰਯੁਕਤ ਹੋ ਕੇ ਪੰਚਾਇਣ ਜਿਹੜੇ ਪੰਜ ਪਿਆਰੇ ਸਾਹਿਬ ਹਨ, ਪੰਚਾਇਣ ਗੁਰੂ ਘਰ ਆਏ ਨੇ ਪੰਚਾਇਤ ਬਣ ਕੇ। ਵਾਹਿਗੁਰੂ ਵੱਲੋਂ ਪਹਿਲਾਂ ਮਹਾਰਾਜ ਨੇ ਤਲਵਾਰ ਦੇ ਨਾਲ ਉਹਨਾਂ ਦੀ ਸੀਸ ਲੈ ਰਹੇ ਸੀ, ਫਿਰ ਉਹ ਪੰਚਾਇਤ ਵਾਹਿਗੁਰੂ ਵੱਲੋਂ ਹੀ ਜਿਉਂਦੀ ਹੋ ਕੇ ਆਈ। ਪੰਜ ਆਇਨ ਜੋ ਸ੍ਰੇਸ਼ਟ ਸੰਤ ਜਨਾਂ ਦੇ ਸੰਗਤ ਰੂਪੀ ਘਰ ਦੇ ਨਾਲ ਰਤ ਪ੍ਰੀਤੀ ਕਰਦਾ ਹੈ। ਜਾਂ ਪੰਜ ਆਇਨ ਪੰਜਾਂ ਤੱਤਾਂ ਦਾ ਘਰ ਪਰਮੇਸ਼ਰ, ਉਹਦੇ ਆਸਰੇ ਰਹਿਣ ਵਾਲੀ ਸਤ ਸੰਗਤ ਦੀ ਅਨੰਦ ਪ੍ਰੀਤੀ ਕਰਦਾ ਹੈ। ਜਾਂ ਜੋ ਪੰਜ ਆਇਨ ਪੰਜਾਂ ਤੱਤਾਂ ਦੇ ਸੰਸਾਰ ਰੂਪ ਘਰ ਨੂੰ ਮਨਾਉਣ ਵਾਲੇ ਪਰਮੇਸ਼ਰ ਦੇ ਭੈ ਡਰ ਸੰਯੁਕਤ ਹੋ ਕੇ ਨਾਮ ਰੰਗ ਚ ਰਤੇ ਹੈ, ਉਹ ਬ੍ਰਹਮ ਬੇਤਾ ਰੂਪ ਰਾਜਾ ਗੁਣੀ ਗਿਆਨ ਮਨ ਹੋ ਕੇ ਤੁਰਿਆ ਪਦ ਰੂਪ ਤਖਤ ਉੱਤੇ ਜਾ ਟਿਕਦਾ ਹੈ। ਬਾਬਾ ਇਹ ਭਾਈ ਸਾਚਾ ਸਾਹਿਬ ਜੋ ਸੱਚਾ ਮਾਲਕ ਪਰਮੇਸ਼ਰ ਹੈ, ਦੂਰ ਨਾ ਦੇਖ। ਉਸ ਨੂੰ ਦੂਰ ਨਾ ਦੇਖ। ਪਾਓ ਹਰ ਵਕਤ ਸਦ ਹਜ਼ੂਰ, ਹਾਜ਼ਰ ਹੈ ਨਾਜ਼ਰ, ਕਤੇ ਨ ਭਇਓ ਦੁਰਾਈ। ਕਿ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਉਹ ਹਾਜ਼ਰ ਨਾਜ਼ਰ ਹੈ। ਸਰਬ ਜੋਤ ਜਗ ਜੀਵਨਾ। ਸਾਰੀਆਂ ਜੋਤਾਂ ਸੂਰਜ ਚੰਦਰਮਾ ਬਿਜਲੀ ਆਦਿਕ ਇਹਨਾਂ ਜੋਤਾਂ ਵਿੱਚ ਜਗ ਜੀਵਨ, ਜਗ ਦਾ ਜੀਵਨ ਚੇਤਨ ਸਰੂਪ ਵਾਹਿਗੁਰੂ ਹੈ। ਜਾਂ ਸਾਰੇ ਜਗ ਦਾ ਜੀਵਨ ਚੇਤਨ ਸਰੂਪ ਹੈ। ਸਿਰ ਸਿਰ ਸਾਚਾ ਲੇਖ। ਕਿਉਂਕਿ ਸਾਰੇ ਜੀਵ ਦੀ ਚੇਤਨ ਸੱਤਾ ਕਰਕੇ ਜਿਉਂਦੇ ਜਾਗਦੇ ਨੇ ਤੇ ਸਭਨਾਂ ਦੇ ਸਿਰ ਬਸਿਰ ਉੱਤੇ ਕੀਤੇ ਕਰਤੱਵਾਂ ਦੇ ਅਨੁਸਾਰ ਸੱਚਾ ਪਰਮੇਸ਼ਰ ਲੇਖ ਲਿਖਣ ਵਾਲਾ ਹੈ। ਜਾਂ ਸਿਰ ਸਿਰ ਭਿੰਨ ਭਿੰਨ ਪ੍ਰਲਬਧ ਰੂਪ ਲੇਖ ਸੱਚੇ ਪਰਮੇਸ਼ਰ ਨੇ ਆਪ ਹੀ ਲਿਖਣਾ ਕੀਤਾ ਹੈ।
सन ऋषि मुनि शंकर। ब्रह्मा विष्णु ऋषि नारद मुनि वर्गे मननशील लोग, शंकर शिव जी महाराज ते अगे दसदे ने इंद्र तपै भिखारी। इंद्र ते होर तप करन वाले तपस्वी लोग, भिखिया मंगण वाले या भीखा वाले जड़े हन। मन हुक्म सूहै दर सच। इन्हां विचों जिहड़े गुरां दा या परमेश्वर दा हुक्म मनदे ने वो सच्चे परमेश्वर दे साध संगत गुरुद्वारे विच शोभदे हन, या सच्चे दी दरगाह विच या सच्चे दी प्राप्ति वाले ज्ञान रूपी दर विच स्थित हो के शोभा पाउंदे हन। आकी मरह अफारी। और जो हुक्म मनन तो आकी बागी हन वो साधना दे हंकार विच ही मरदे रहिंदे ने, या आफर करके अपने साधना दे हंकार विच ही मरदे रहिंदे हन। जंगम जोध जति सन्यासी। सो आशा जी फरमाउंदे ने गुर पूरा विचारी। असीं ये पूरे सतगुरां द्वारा विचार करके वेखी है, या सानू पूरे गुरु अकाल पुरख ने विचार बख्शी है कि जंगम टलियां बजाउण वाले शिव जी के उपासक जिहड़े हुंदे ने, शिव जी ते पार्वती दा विआह गाउंदे ने। जन्म जन्म की लगर हमारी, जन्म जन्म की लगर हमारी। वो सिर दे खंभ जे लाए हुंदे ने, टलियां खड़का के मंगदे ने। जोध योधे या जोध जोधड़ियां मेहनतां करन वाले पुरख, जति जत रखण वाले पुरख ते सन्यासी त्यागी पुरख आदਿਕ इन्हां सारियां पुरखां नूं गुरु उपदेश या गुरु टहल द्वारा स्वरूप दी विचार या ब्रह्म ज्ञान दी विचार प्राप्त हो सकती है। गुरु की टहल, गुरु की सेवा, गुरु की आज्ञा पाणी। ते कहो नानक दिस एवं महाराज ने आखिया कि बलिहारी गुर अपने दिवहाड़ी सदवार, जिन मानस के देवते की करत न लगी बार। जिन्ना गुरा ने सानू जमा दे भै तो कढ़िया है, ऐसे गुरां तो बलिहार जाइए जिहदे तो बगैर ये सब कुछ प्राप्त नहीं हो सकता। सब कुछ ही व्यर्थ है जिन्नी भी मेहनत मशक्कत साधन करने ने, क्योंकि ज्ञान का होना नहीं। तुसीं वेखो भी सतयुग दा जोगी संतोखा जोगी मट बना के बैठा होया सी ते संतोखसर वाले सरोवर की सेवा करवादियां गुरु अर्जन साहब नूं उਡੀਕ रिहा सी। ते उहदा जद मट निकलिया उन्हें महाराज नूं बुला के गुरां दे पैरीं हत्थ ला के मत्था टेकिया। महाराज कहंदे जोगी राज दसो की चाहिदा? कहंदे जी ब्रह्म ज्ञान चाहिदा। मैं सतयुग दा बैठा आप नूं उਡੀਕ रिहा। वेखो कि सतयुग विच ब्रह्म ज्ञान किसे दिता ही नहीं, बिल्कुल नहीं, क्योंकि पूर्ण गुरु ही कोई नहीं सीगा। उहदे आप दे जोगी गुरु ने इहनूं जवाब दे दिता, कहन लगा कि सतगुरु नानक देव जी के घरों तैनूं दात मिलेगी। तां फिर सतगुरु अर्जन देव महाराज ने उहदे दी कृपा कीती। क्यों गुर बिन घोर अंधार, गुरु बिन समझ न आवे, गुर बिन सुरत न सिद्ध, गुरु बिन मुक्त न पावे। गुर की टहल, गुरु की सेवा, गुर की आज्ञा पाणी, कहो नानक जिन जम ते खड़, इस गुर कै कुर्बानी। जिन्हां गुरां ने सानू यमदूतां तो कढ़िया, उन्हां गुरां तो असीं बलिहार कुर्बान जांदे आ। ये भी साधन जिहड़े ने ब्रह्म ज्ञान की प्राप्ति वाले, ये भी तां सफले ने जे गुरु साहब की सेवा करांगे, महाराज तो ज्ञान लवांगे, तां बाणी दी विचार के द्वारा ही इन्हां दी सफलता है। गुर की महिमा काया कहा
गुर विवेक सत सर, वो आज जुगादी जुगा जुग पूरा परमेश्वर। जिन सेवा फल कबहू ना पावस, सच्चे सतगुरां दी सेवा टहल तो बिना कदे भी कोई ब्रह्म ज्ञान रूपी फल नहीं पा सकता। सेवा करनी सारी, इसे करके जो सतगुरां दी सेवा टहल करनी है यही सारी श्रेष्ठता है, या सारू परमेश्वर की प्राप्ति कराने वाली है। ये सेवा करके ही लाभ प्राप्त होता है, इसलिए सेवा करनी चाहिए है। नित नया धन, हे परमेश्वर तू धन तो हीणियां नो नाम रूपी धन देने वाला है। निगुरिया गुर, गुरां तो हीणियां नो गुरु रूप दे विच नाम दी दात दे के निहाल करन वाला है। निमाणिया तू मान, अते हे परमेश्वर तू मान तो हीणियां नो सत्कार देने वाला है। अंबलै मानक गुर पकड़िया, हे परमेश्वर तेरी कृपा सदका अज्ञानी पाप मन बुद्ध रूप नेत्रा में विचार होनेगा तू हीणिया ने गुरु उपदेश रूप मानक पकड़ लिया है, या गुरु उपदेश द्वारा श्रवण मनन ध्यास रूप मानक दे ताई पकड़ लिया है। तानिया तू तान, परमेश्वर तू विवेक रूप बल तो हीणिया नो विवेक रूप बल देने वाला है। ओम जपा नहीं जानिया, हे परमेश्वर तेनू हमन करने वाले पुरखा ने ते देवी देवतियां दे मंत्रां दा जाप करने वाले पुरखा ने नहीं जानिया है। जिहड़ा हवन करना ये तो गुरमत दे अनुकूल है ही नहीं। आ नामधारी वरनियां करते हैं, मतलब चंडी दी वार दा सारी सारी रात पाठ करते रहंदे, या चौबई साहब या उगरदन दे या होर जिहड़ियां बाणियां ने उन्हां दा पाठ करदे, नाल नाल देसी घिओ दीयां कड़छियां अग विच पाई जांदे ने, हवन करदे ने। ओही ब्राह्मणां वांग पंडित तां बड़ा करदे ने। गुरुद्वारे विच गुरु घर दे विच वाहिगुरू मैनूं माफ़ करियो जो मैं महसूस किया है। इत्थे हुण आपां गुरुद्वारे बैठे हैं ते लागे आपां बाबे श्री चंद दा धुआं ला के बैठ जाइए। धुआं दा बाबा श्री चंद दा है, पर साध संगत जी ओम गुरु ग्रंथ साहिब नूं की आपां लकड़ां दा धुआं देंगे? दसो, वो तां बाबे श्री चंद दा है। तुसीं किते वखरे जंगल च ला सकदे हो, ते लोकां ने क्योंकि आपां गुरु ग्रंथ साहिब नूं मनदे आ, ਉਹ ਨਾਲ ਤਾਂ ਉਹ ਸਿੱਧ ਬਾਬੇ ਦਾ ਧੂਆਂ ਲਾਇਆ ਹੋਊਗਾ, ਪਤਾ ਨਹੀਂ ਕਿਹੜਾ ਸਿੱਧ ਹੋਇਆ ਵੀ ਕਿ ਨਹੀਂ ਹੋਇਆ। ਤੇ ਆਪ ਦੀ ਸੰਪਰਦਾ ਬਾਬੇ ਸ੍ਰੀ ਚੰਦ ਨਾਲ ਜੋੜੀ ਹੋਊਗੀ, ਤੇ ਜਾਂ ਕਿਸੇ ਜੋਗੀ ਬਾਬੇ ਦਾ ਧੂਆਂ ਲਾਇਆ ਹੋਊਗਾ। ਉੱਥੇ ਗੋਹਾ ਸੁੱਟੀ ਜਾਣਗੇ, ਉਹਦੇ ਵਿੱਚ ਉਹ ਲੱਕੜਾਂ ਪਾਈ ਜਾਣਗੇ, ਉਸੇ ਤਰ੍ਹਾਂ ਦੀ ਨਾਸਾਂ ਨੂੰ ਬਾਣੀ ਬਣ ਜਾਵੇ, ਧੂਆਂ ਆਈ ਜਾਊ, ਅੱਖਾਂ 'ਚ ਘੋੜਾ ਲੱਗੀ ਜਾਊ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤਾਂ ਸ਼ਹੀਦਾਂ ਦੀ ਧੂਫ ਧੁਖਦੀ ਹੈ सोहनी बड़ी विच देसी घिओ दे खंड पाई होंदी है। खंड क्यों पाई होंदी है? भी समग्री कौड़ी होंदी है, खंड ते देसी घिओ नाल वो मिठी बन जाती है, उहदा धुआं जिहड़ा है कौड़ा नहीं लगता। जे कौड़ा लगे फिर विच घिओ जां खंड होर पा दिओ। तो अगरबत्ती धूप बड़ी सुंदर स्मैल वाली सोहनी सुगंधी वाली दिखाई दी है। ਜਿਹੜਾ ਧੂਆਂ ਉਹ ਤਾਂ ਮੜੀਆਂ 'ਚ ਬੰਦਾ ਲਾਏ, ਕਿਤੇ ਹੋਰ ਜੰਗਲ ਵੇਲੇ ਲਾਏ, ਗੁਰਦੁਆਰੇ ਧੂਏ ਦਾ ਕੀ ਕੰਮ ਹੋਇਆ ਦੱਸੋ? ਤੇ ਫਿਰ ਜੇ ਤੁਸੀਂ ਧੂਆਂ ਲਾਇਆ ਹੋਇਆ ਤੇ ਆਪਦੇ ਰਾਜੀ ਰਹੋ। ਗੁਰੂ ਗ੍ਰੰਥ ਸਾਹਿਬ ਤੁਸੀਂ ਕਿਉਂ ਪ੍ਰਕਾਸ਼ ਕੀਤਾ ਹੋਇਆ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚੀ ਤੇ ਸੁੱਚੀ ਮਰਜ਼ਾਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਥੋੜੀ ਜਿਹੀ ਜਗ੍ਹਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਜਿੱਥੇ ਧੂਆਂ ਰੋੜੀ ਹੈ। ਅੱਜ ਕੱਲ੍ਹ ਤਾਂ ਲੰਗਰ ਵੀ ਗੈਸ ਨਾਲ ਹੀ ਪੱਕਦਾ, ਧੂਆਂ ਹੁੰਦਾ ਹੀ ਨਹੀਂ। ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚ ਕਿਉਂਕਿ ਉੱਥੇ ਕੰਮ ਹੀ ਅੱਗ ਦਾ ਹੈ। ਤੇ ਇਸ ਲਈ ਜੇ ਮਹਾਰਾਜ ਦੀ ਹਜ਼ੂਰੀ 'ਚ ਅੱਗ ਬਾਲ ਕੇ ਬਹਿ ਜਾਵਾਂਗੇ ਮੈਨੂੰ ਤਾਂ ਇਹ ਚੰਗਾ ਜਿਹਾ ਨਹੀਂ ਲੱਗਦਾ।
क्योंकि मैं गुरुद्वारे दे विच आम ही ये गल वेखी है कि लोगों ने आप दा स्टंड चलाउणा हुंदा, महाराज दा प्रकाश तां करना ही पैंदा, क्योंकि मेरे वर्गे मत्था तां गुरु साहिब नूं टेकणगे। तो इस वास्ते महाराज का प्रकाश करके ये ना होर बाबे का लिखिया होंदा लगे धुआं, वो सारी गली सड़ी गंदी मंदी जी सड़ियाण जी की स्मैल आई जाती है, वो लकड़ धुखती रही है, कौड़ी जी लगती रही है, जिन्हों का प्रैस बड़ी चंगे ने वो कोले वरतते हैं, कोलियां का धुआं नहीं होंदा, पहला ही धुआं वेस्ट करके कोले बना के ते फिर वो प्रैस च पाउंदे हैं। ते महाराज के प्रकाश लागे आपां धुआं रोली की होगी, लकड़ नूं तो खाया, गोहे नूं तो खाया होगा, चंगा जिहा नहीं लगता। इसलिए ना तो आपां हवन करन वाले उन्हां दे नाल हां ते ना ही देवी देवतियां दे मंत्रां दा जाप जपण वालियां दे नाल। कई कहते आखे जी दिवाली की रात नूं आह मंत्र पढ़ो, सिद्ध करो, आ हो जाएगा, वो हो जाएगा, बड़ा कुछ बोलते हैं। तो हवन करने वाले पुरखा दे देवी देवतियां दे मंत्रां दा जाप करने वाले पुरखा ने हे वाहिगुरु तेनू नहीं जानिया, किन्ना ने जानिया? हम ओम जपा नहीं जानिया, गुरमती साच पछाण। तेनू पहचानिया है गुरु दी मत वालियां ने, गुरु दी सिक्ख्या धारण करने वालियां ने पहचानिया, उन्होंने तेरे सच स्वरूप नूं पहचानना कीता। इसलिए सारे सड़ी सियापे छड्ड दिओ, मैनूं माफ करना, सब जब खाने ने, वाधू दे जंजाल ने, पखंड ने, कर्म कांड ने। देसी घ्यो किसी सब्जी भाजी च बंदा पा के या प्रसाद बना के किसी न्याणे का ढिड भरे, मिठे चौल बना के लोगों च वंड देवे, लंगर ला देवे। जे घ्यो महाराज ने दिता जरूरी अग च साड़ना है, ढिड विच तां अग ही बढ़ रही है, ये भी तक हवन ही है। भाई गुरदास जी ने लिखा है गुरसिੱਖੀ का हवन यह है कि होम लग जा, होम जग लख भोग चने चबावने। तुसीं भट्ठी दे विच अग बाल के ते रेत पा के कढ़ाई दे विच होर नहीं कुछ कर सकते, छोले ही भुना के दाने बना के पानी वरताई जाए बंदा, इतने ढिड भर जरूर जाता। छोले खाधे पानी पीता, ढिड भरिया काम सरिया। अग दे अपना प्रतख अग दे विच देसी घ्यो साड़न की बजाय ढिड की जिहड़ी अग है, जठरा अग्नि है, किसी गरीब गरूबे का ढिड भर के यही हवन करिए, महाराज के नाम की अरदास करिए, कोई असीसां देवे। जिहड़ा असीस है गरीब दी, ये प्रभु की खुशी की निशानी हुंदी है। इसलिए गुरु की मत है, आपां दे गुरु की सिक्ख्या धारण की है, जिन्हें सिक्ख्या धारण की है उन्हें तेरे सच स्वरूप नूं पहचान लिया, ना हवन करन वालियां ना जाप करन वालियां। इसलिए चौथे पातशाह जी का फरमान है, हम अंधले अंध बिखै बिखराते, क्यों चालै गुर चाली, सतगुर गया दया करे सुखदाता, हम लावै आपन पाली, गुर सिख मीत चलो गुर चाली। गुरु की मर्यादा चलो गुर सिख मित्रो, जो गुरु कहे सोई भल मानो, हर हर कथा निराली। जो गुरु कहंदा उन्होंने सत वचन करके मनो ते निरालियां करन वाली हरि परमेश्वर की कथा नूं सुनो। अज महान जग है, गुरुद्वारा सिंह शहीदा सोहाना, जिथे आप नित नतमस्तक हुंदे हो, शहीदां दे पवित्र स्थान उन्हां दी याद विच मां पुरख अंसाली साहब वाली संत बाबा अजीत सिंह साहब जी, तिन्हां दी प्रेरणा का सदका सन 93 तो श्री अखंड पाठ साहिबां दीयां लड़ियां चल रही ने, लगातार निरंतर जारी ने। 5000 ते 50वें अखंड पाठ की संपूर्णता की खुशी विच अज देसी घ्यो दीयां जलेबियां दा महान भंडारा ते महान देसी घ्यो का लंगर बना के संगतां नूं वरताया जा रहा। ये साल बाद बाबा जी की प्रेरणा सदका महान जग हुंदा है। बेअंता ने आके पाप का पेट भरना है, ये आत्मा रूह की खुराक वालियां नूं इत्थे गुरमत समागम दौरान संतां दर्शन देने, कथा कीर्तन का गुरमत समागम होना है। तो इसलिए
ਕਿਸੇ ਹੋਰ ਪਾਸੇ ਜਾਣ ਦੀ ਬਜਾਏ ਜੋ ਕੁਛ ਵੀ ਰੱਬ ਨੇ ਦਿੱਤਾ ਹੈ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ, ਉਹਦੇ ਦਿੱਤੇ ਵਿੱਚੋਂ ਸ਼ਹੀਦਾਂ ਦੇ ਨਾਮ ਦੇ ਗੁਰੂ ਦੇ ਚਰਨਾਂ 'ਚ ਭੇਟਾ ਰੱਖ ਕੇ ਮੱਥਾ ਟੇਕੀਏ ਔਰ ਬੇਨਤੀ ਕਰੀਏ ਕਿ ਮਹਾਰਾਜ ਕਿਰਪਾ ਕਰੋ, ਆਪ ਦੇ ਦਰ ਤੋਂ ਸਾਨੂੰ ਦਾਤ ਮਿਲੇ ਜੀ। ਹਰ ਕੀ ਘਤ ਨੈ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ ਹਰ ਬੋ ਲੋਕ ਸਿਆਣੇ। ਸੋ ਜਿੰਨੇ ਜੋਗੀ ਜਤੀ ਨੇ ਸਭ ਹੰਬ ਗਏ ਨੇ, ਥੱਕ ਗਏ ਨੇ। ਗੁਰਮਤੀ ਸੱਚ ਪਛਾਣ, ਗੁਰਮਤੀਆਂ ਨੇ ਸੱਚ ਨੂੰ ਪਹਿਚਾਣਿਆ ਹੈ। ਨਾਮ ਬਿਨਾ ਨਾਹੀ ਦਰ ਢੋਈ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। हे परमेश्वर, तेरे वाहिगुरु नाम जपे तो बिना तेरी दरगाह विच किसी नूं भी ढोई आसरा नहीं मिलता है। झूठा आवण जान, जो झूठा पुरख है उसका जन्म धार के आउणा ते मर के परलोक नूं जाना बनिया ही रहिंदा है। साचा नाम सलाहिया, हे भाई ਗਿਆਨੀ ਗਿਆਨ ਕਮਾਵੇ, ਵਾਹਿਗੁਰੂ ਧਿਆਨੀ ਧਿਆਨ ਲਾਵੇ। ਸਮਾਧੀਆਂ ਲਾਉਣ ਵਾਲੇ ਲੋਕ ਸਮਾਧੀਆਂ 'ਚ ਧਿਆਨ ਲਾਉਂਦੇ ਨੇ ਤੇ ਗਿਆਨੀ ਗਿਆਨ ਕਮਾਵੇ। ਜਿਹੜੇ ਵੇਦ ਵਿਆਸ ਵਰਗੇ ਗਿਆਨੀ ਨੇ, ਨਾਰਦ ਮੁਨੀ ਵਰਗੇ ਗਿਆਨੀ, ਬ੍ਰਹਮਾ ਵਰਗੇ ਗਿਆਨੀ, ਉਹ ਵਿਦਵਾਨ ਲੋਕ ਧਰਮ ਚਰਚਾ ਕਰਦੇ ਨੇ, ਬ੍ਰਹਮ ਵਿਦਿਆ ਦਾ ਅਭਿਆਸ ਕਰਦੇ ਨੇ। ਪ੍ਰਭ ਕਿਨੀ ਹੀ ਜਾਤਾ, पर कोई विरला ही वाहिगुरू जप के नाम जप के प्रभु नूं जानन वाला होया है। भगवती रत जुगता वैष्णव भगत वर्त रखते, तुलसी माला पाउंदे, तीर्थ इशनान आदि संजमां च रहिंदे। जोगी कहत मुक्ता, जोगी आंदे ने भी बस तुसीं कंन पाड़ के मुंदरां पा लो, जोगी बन जाओ, योग च मुक्ति है। मुनि मोन धारी, मुनि चोपी कीते रहिंदे, सन्यासी ब्रह्मचारी, सन्यासी सन्यास च, ब्रह्मचारी ब्रह्मचर्य च विचरदे। उदासी उदास राता, उदासी उदास भेख च मस्त रहिंदे ने। भगत नवें प्रकार है, कोई आंदा कि भगती 9 प्रकार दी है। पंडित वेद पुकारा, पंडित वेदां ने उच्ची पढ़दा पुकारदा रहिंदा। ते जिहड़ा मुल्ला है ये मसीते चढ़ के उच्ची उच्ची कूका मारदा। कबीर मुल्ला बना रह क्या चढ़े साई ना बहरा हुए, जां कार बांग दे दिल ही पीतर जो। गृहस्थी गृहस्थर माता, गृहस्थी गृहस्थर मची मस्त रहिंदा, बाल बच्चों की परवरिश विच। एक शब्दी बहु रूप अवधूता है, अनेका ऐसे ने कि जो लख लख पुकार दे। कोई बहु रूपी है, कोई नांगे ने, कापड़ी कौते जागरूता, कोई खास किस्म का चूड़ा आदि पहनने वाले ने, कोई गोदड़ी पहनने वाले, सांगधारी, कोई रात में जागने वाले। एक तीर्थ नहाता, एक हरेक तीर्थ इशनान करने वाले, निरहार वर्तिया परस, एक बिना भोजन तो विचरन वाले, किसी नाल ना लगन वाले अपरस हैं, किसी नूं छूंहदे आदि नहीं। जिवें अजकल कोरोना करके ते लोग एक दूजे तो दूर रहिंदे। बंदा पूछे पैसे सच्चे ने, पैसों नूं सैनीटाइजर किन्ने कीता होया? नोट तो बंदा फड़दा ही है ना। भावें डॉक्टर है, पैसे तो उन्होंने भी चाहिए ने, भावें ड्राइवर है टैंपू वाला, पैसा वह भी फड़ूगा। वो आप कहांगे भी 3 फुट दूर दो, तो सब तो गंदे पैसे असीं बोझियां दे विच पाई रखते हैं, हत्थां दे नाल गिणदे आ 100 वार। ते उन्होंने कभी सैनीटाइजर के बारे सोचिया ही नहीं, क्योंकि पैसे की हरेक नूं लोड़ है। दुकानदार बैठा ही दुकान के पैसे वास्ते। तो इसलिए एक इहो जिहे ने भी वो पखंड करते हैं भी असीं किसी नाल छूंहदे नहीं। एक मन ही एक लोक ना देवै दरसा। अनेका ऐसे ने जो गुफा दे विच लोके रहिंदे, किसी नूं आप दा दर्शन नहीं दिंदे। एक मन ही ज्ञाता, एक वो ने जो अपने अंदर चित्त दे विच ही सियाणे बने रहिंदे हन। घाट ना नहीं कहाया, इन्हां विचों कोई भी अपने आप को घट नहीं अखमाउंदा। सब कहते हैं पाया, जिन्हों मर्जी पुछ के वेख लो, सब आंदे ने कि उन्हां साईं नूं पा लिया है।
जिस मेले सो भगता, पर भगत वही है, साधु वही है जिन्हों हरि अपने नाल मिला लेंदा है। सकल सगल उकतियो पावा, समूह जुगतियां ते उपराले छड्ड के त्यागी सरन बावा। मैं तां गुरां दी शरनागत संभाली है, तुहानूं भी बेनती है कि मैं सब कुछ छोड़ प्रभ तो ही ते आया। महाराज के चरणों के विच आओ ते वाहिगुरू के नाम नूं ध्याओ, सच्चे सुच्चे ते नहा धो के गुटका साहिब फड़ के 5 बाणियां का पाठ, सुखमनी साहिब का पाठ करो। कोई वरनी करने की लोड़ नहीं, कोई हमन की लोड़ नहीं, ते कोई पुट्ठे सीधे होने की लोड़ नहीं, कोई समाधि की लोड़ नहीं, कोई किसी किस्म ना त्रिकुटी च ध्यान लाने की लोड़ नहीं। आपे महाराज जिथे लै जाएगा तो लै जाए। अखां खोल के गुरबाणी का पाठ करना चाहिए। सुरती बिरती वाहिगुरू के हथ है, जो मर्जी चाढ़ दे। इसलिए वाहिगुरू वाहिगुरू करो, आप दी माला फेरो, सतनाम वाहिगुरू का जाप, कोई कष्ट की जरूरत नहीं। मारे कहते नानक गुर चरण पराता। असीं तां भाई गुरु नानक साहिब ते पैरों की आके डिग पे हैं। तुहानूं भी बेनती है कि नाम बिना नाही दर ढोई, झूठा आमन जान। वाहिगुरू नाम तो बगैर रब की दरगाह च ढोई नहीं जे मिलनी। आना जाना बिल्कुल झूठ है, जमना मरना या किसी धार्मिक स्थान दे आके चले जाना सब झूठ है। जे वाहिगुरू ही नहीं आख्या, जे रब का नाम ही नहीं लिया, फिर आने का फायदा की होया? झूठ ही है। इसलिए साचा नाम सलाही है। ये भाई जिन्ना चिर जिउंदे रहिए उन्ना चिर स्वरूप लखना वाला सच्चा नाम सलाउंदे रहिए। साचे ते तृप्त होए, क्योंकि सच्चे नाम जपण तो ही लोक परलोक दे पदार्थ ते बैकुंठ दीआं मुक्तियां वल्लों चित्त दी बिरती दी पूर्ण संतुष्टता हुंदी है। ज्ञान रतन मन माजिया, ज्ञान रूपी रतन नाल मन नूं विकारां दी मैल तो साफ करन वास्ते मांजना करिए। बहुड़ ना मैला होए, फिर मुड़ के वो मैला नहीं होवेगा। जिवें किसी पुरख कोल एक मणी सी, जदों नदी किनारे नदी जो पानी पीण लग्या तो उहदी मणी नदी च डिग पई। जद नदी च मणी डिग पई तो उस पुरख ने मणी नूं लभण लई बड़े यतन कीते, पर उन्होंने मणी प्राप्त ना हुई। अखीर एक रब रतड़ी देव दृष्टि वाली रूह ने कहा कि मणी नूं लभण वाले पुरख है, तेरी मणी वो सामने पई है, उन्हें चुक लै। वो पुरख कहन लगा कि इनू तां जिलब लगी पई है। तद नाम रतड़ी रूह ने कहा कि इनू परबत दे नाल घसा के वेख। जद उन्हें परबत दे नाल घसाई तो उस मणी दे जौहर निकल आए। तद वो मन गया कि मेरी मणी तां यही है। पानी दे विच डिगण नाल उहनूं जाला लग गया सी, मैल जम गई सी, मैल दूर हुई तो मणी चमक आई, उन्होंने देस आई। इसी दृष्टांत फॉर एग्जाम्पल सच्चियां गल्लां नहीं हुंदियां ने, मन नूं समझाउण वास्ते दा दृष्टांत। इसे तरह जीव मन रूपी मणी नूं आशा रूप नदी के किनारे पदार्थां नूं पानी पीण लग्या ते आशा रूप नदी च मन रूपी मणी नूं सुट बैठा। इन्हें बड़े यतन कीते पर कितों भी न लभी। अखीर देव दृष्टि वाले महापुरखों ने नूं कहा कि यही तेरा मन है। मन में मानक मन मारसी, मत विच रतन जवाहर मानक, जे एक गुर की सिख सुनी। पर इनू तो मोह वासना रूपी जिलब ला चुका है, इनू लग चुकी है। इस मन रूपी मनी नूं नाम रूपी प्रभु नाल घसा के वेख। जा जीव ने मन रूपी मणी नाम रूपी प्रभु नाल घसाई ते उहदे अंदरों विचों ही जौहर निकल आई। भाव सवै स्वरूप की पहचान हो गई, अंदर प्रकाश हो गया। ज्ञान रतन मन मांझिया, बहुड़ ना मैला होए। जिस तरह बर्तन मांझीदा, इस तरह मन नूं भी संगत दे विच बैठ के हौली हौली घसाउणा पएगा। रामदेव कहंदा नौ घसाओ। आ जिहड़े उंगलां दे पोटियां दे नौ ने कहंदे इन्हां नूं घसाओ। केस अगे चिट्टे नहीं हुंदे जी, होर बड़ा कुछ दसदे ने। ते मन नूं भी कदी घसाउण बारे किसी ने आख्या? मारे कहंदे मन नूं घसाओ पड़ियो लोको, इहनूं जंगाल लगा होया जी, नौ घसाउणा की होगा। ते इस वास्ते मन नूं मांजणा चाहिदा।
ਜਿਸ ਤਰ੍ਹਾਂ ਅਸੀਂ ਆਪਦੇ ਪੱਥਰਾਂ ਨੂੰ ਚੰਗੀ ਤਰ੍ਹਾਂ ਟਾਇਲਾਂ ਨੂੰ ਕੈਮੀਕਲ ਪਾ ਕੇ ਤੇ ਰੋਜ਼ ਨਹੀਂ ਤਾਂ ਹਫ਼ਤੇ ਬਾਅਦ ਤਾਂ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ, ਘੱਟਾ ਮਿੱਟੀ ਕੱਪੜੇ ਧੋਂਦੇ ਆ, ਭਾਂਡੇ ਬਰਤਨ ਮਾਂਜਦੇ ਆ, ਬੜੀ ਸਾਫ਼ ਸਫਾਈ ਰੱਖਦੇ ਆ। ਤੇ ਫਿਰ ਮਨ ਮਾਂਜਣ ਦਾ ਵੀ ਪ੍ਰਬੰਧ ਕਰਨਾ ਚਾਹੀਦਾ। ਮੋਤ ਭਲੇਤੀ ਕੱਪੜ ਹੋਏ ਦੇ ਸਾਬੂ ਲਈਏ ਉਹ ਧੋਏ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ। ਇਉਂ ਗਿਆਨ ਰੂਪੀ ਰਤਨ ਦੇ ਨਾਲ ਮਨ ਨੂੰ ਮਾਂਜੀਏ, ਬੌੜ ਨਾ ਮੈਲਾ ਹੋਏ, ਫਿਰ ਮੈਲਾ ਨਹੀਂ ਹੋਵੇਗਾ। ਜਪ ਲਗ ਸਾਹਿਬ ਮਨ ਵਸੈ। ਇਹ ਭਾਈ ਜਦ ਤੱਕ ਸਾਹਿਬ ਮਾਲਕ ਪਰਮੇਸ਼ਰ ਦਾ ਨਾਮ ਜੀਵ ਦੇ ਮਨ ਵਿੱਚ ਚਿੱਤ ਵਿੱਚ ਵਸਦਾ ਹੈ, ਜਪ ਲਗ ਬਿਘਨ ਨਾ ਹੋਇ। ਤਦੋਂ ਤੱਕ ਜੀਵ ਨੂੰ ਕੋਈ ਵੀ ਵਿਘਨ ਨਹੀਂ ਹੋਵੇਗਾ। ਮਹਾਰਾਜ ਕਹਿੰਦੇ ਨੇ ਸਤਿਗੁਰ ਪੂਰਾ ਸੇਵਿਆ ਦੁੱਖਾਂ ਕਾ ਹੋਏ ਨਾਸ। ਨਾਨਕ ਨਾਮ ਰਾਧਿਆ ਕਾਰਜ ਆਵੇ ਰਾਸ। ਵਿਘਨ ਕੋ ਲਾਗਦਾ ਗੁਰ ਪੈ ਅਰਦਾਸ। ਥਿਰ ਕਰ ਬੈਸੋ ਹਰ ਜਨ ਬਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਤੋ ਵਿਘਨ ਵਿਨਾਸ਼ਨ ਸਭ ਦੁਖ ਨਾਸ਼ਨ ਸਤਿਗੁਰ ਨਾਮ ਦ੍ਰਿੜਾਇਆ। ਕੋਈ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ। ਇਉਂ ਵਿਘਨ ਕੋ ਲਾਗਤਾ ਗੁਰ ਪੈ ਅਰਦਾਸ। ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਨਾਨਕ ਸਿਰ ਦੇ ਛੁੱਟੀਐ। ਛੁੱਟਣਾ ਸਿਰ ਦੇ ਕੇ ਹੀ ਪੈਣਾ ਹੈ। ਸਿਰ ਦੇਣ ਤੋਂ ਬਗੈਰ ਗੱਲ ਨਹੀਂ ਬਣਨੀ। ਇਹਨਾਂ ਸ਼ਹੀਦਾਂ ਨੇ ਤਾਈਓ ਸੀਸ ਅਰਪਣ ਕੀਤਾ। ਸਤਿਗੁਰੂ ਜੀ ਕਥਨ ਕਰਦੇ ਕਿ ਗੁਰਾਂ ਅੱਗੇ ਸ਼ਹੀਦਾਂ ਦੀ ਤਰ੍ਹਾਂ ਆਪਦਾ ਸੀਸ ਭੇਟਾ ਰੱਖ ਕੇ ਮੱਥਾ ਟੇਕ ਦਿਓ, ਜਾਂ ਪ੍ਰਤੱਖ ਸਿਰ ਜਾਂ ਹੰਕਾਰ ਰੂਪੀ ਸਿਰ ਭੇਟਾ ਦੇ ਕੇ ਸੰਸਾਰਕ ਦੁੱਖਾਂ ਤੇ ਯਮਾਂ ਦੇ ਦੁੱਖਾਂ ਤੋਂ ਛੁੱਟੀ ਦਾ ਮੁਕਤ ਹੋ ਜਾਈਦਾ ਹੈ। ਮਨ ਤਨ ਸਾਚਾ ਸੋਇ। ਹਰ ਗੁਰੂ ਉਪਦੇਸ਼ ਦੁਆਰਾ ਸੋਈ ਉਹ ਸੱਚਾ ਪਰਮੇਸ਼ਰ ਵੀ ਮਨ ਤੇ ਤਨ ਵਿੱਚ ਵਸ ਜਾਂਦਾ ਹੈ। ਜਾਂ ਸੋਏ ਸ਼ੋਭਾ ਰੂਪ ਸੱਚਾ ਪਰਮੇਸ਼ਰ ਮਨ ਤਨ ਵਿੱਚ ਵਸ ਜਾਂਦਾ ਹੈ। ਸਾਧ ਸੰਗਤ ਜੀਓ, ਇੱਥੇ ਸ਼ਬਦ ਸੰਪੂਰਨ ਹੋਇਆ ਹੈ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਅੱਗੇ ਤੋਂ ਸਮਰਥ ਬਖਸ਼ਣੀ। ਜਪ ਲਗ ਸਾਹਿਬ ਮਨ ਵਸੈ। ਤਬ ਲਗ ਵਿਘਨ ਨ ਹੋਏ। ਨਾਨਕ ਸਿਰ ਦੇ ਛੁੱਟੀਐ। ਮਨ ਤਨ ਸਾਚਾ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।